ਕਈ ਸਾਲ ਪਹਿਲਾਂ ਇੱਕ ਖੇਤ ਵਿੱਚ ਜਾਨਵਰਾਂ ਨੂੰ ਬਿਨਾਂ ਭੋਜਨ ਦੇ ਛੱਡ ਦਿੱਤਾ ਗਿਆ ਸੀ। ਲਾਲ ਮੁਰਗੀ ਨੇ ਖਾਣ ਦੇ ਲਈ ਕੁਝ ਲੱਭਣ ਦੇ ਲਈ ਪੂਰਾ ਖੇਤ ਘੁੰਮਣ ਦਾ ਫੈਸਲਾ ਕੀਤਾ। ਉਹ ਪਹਿਲਾਂ ਗਾਂ ਦੇ ਕੋਲ ਗਈ। ਕੀ ਤੂੰ ਖਾਣ ਦੇ ਲਈ ਕੁਝ ਲੱਭਣ ਦੇ ਲਈ ਮੇਰੇ ਨਾਲ ਆਵੇਂਗੀ? ਨਹੀਂ, ਮੈਂ ਨਹੀਂ ਆ ਸਕਦੀ, ਬਹੁਤ ਗਰਮੀ ਹੈ, ਮੇਰੇ ਤੋਂ ਚੱਲਿਆ ਨਹੀਂ ਜਾਵੇਗਾ। ਫਿਰ ਉਹ ਸੂਅਰ ਦੇ ਕੋਲ ਚਲੀ ਗਈ। ਕੀ ਤੂੰ ਮੇਰੀ ਭੋਜਨ ਲੱਭਣ ਵਿੱਚ ਮਦਦ ਕਰੇਗਾ? नहीं, मैं नहीं आवांगा, बहुत गर्मी है, मेरे तो इत्थों हिलिया भी नहीं जा सकेगा। ਬਾਅਦ ਵਿੱਚ ਉਹ ਕੁੱਤੇ ਦੇ ਕੋਲ ਗਈ। ਕੀ ਤੂੰ ਮੇਰੀ ਭੋਜਨ ਲੱਭਣ ਵਿੱਚ ਮਦਦ ਕਰੇਗਾ? नहीं, मैं नहीं आ सकता, बहुत गर्मी है, मैं तो चल ही नहीं सकता। ਤੇ ਆਖਰ ਵਿੱਚ ਉਹ ਬੱਤਖ ਦੇ ਕੋਲ ਗਈ। ਕੀ ਤੂੰ ਖਾਣ ਦੇ ਲਈ ਕੁਝ ਲੱਭਣ ਦੇ ਲਈ ਮੇਰੇ ਨਾਲ ਆਵੇਂਗਾ? नहीं, मैं नहीं आ सकता, बहुत गर्मी है, मैं पानी तो बाहर नहीं आ सकता। ਜਦ ਕੋਈ ਵੀ ਉਹਦੇ ਨਾਲ ਆਉਣ ਦੇ ਲਈ ਤਿਆਰ ਨਹੀਂ ਹੋਇਆ ਤਾਂ ਮੁਰਗੀ ਨੇ ਆਪ ਹੀ ਖੇਤ ਛੱਡਣ ਦਾ ਫੈਸਲਾ ਕੀਤਾ। ਤੁਰਦੇ ਤੁਰਦੇ ਉਸਨੂੰ ਜ਼ਮੀਨ ਤੇ ਕੁਝ ਕਣਕ ਦੇ ਦਾਣੇ ਲੱਭੇ। ਉਹ ਬਹੁਤ ਖੁਸ਼ ਹੋਈ ਤੇ ਖੇਤ ਵਿੱਚ ਵਾਪਸ ਆ ਗਈ। ਉਸਨੇ ਕਣਕ ਦੇ ਦਾਣਿਆਂ ਨੂੰ ਬੋਣ ਦਾ ਫੈਸਲਾ ਕੀਤਾ। ਉਸਨੇ ਸੋਚਿਆ ਕਿ ਉਸਦੇ ਦੋਸਤ ਉਸਦੀ ਮਦਦ ਕਰਨਗੇ। ਗਾਂ, ਵੇਖ, ਮੈਨੂੰ ਕਣਕ ਦੇ ਦਾਣੇ ਮਿਲਨੇ ਨੇ। ਕੀ ਤੂੰ ਮੇਰੇ ਨਾਲ ਉਹਨਾਂ ਨੂੰ ਬੋਣਾ ਚਾਹੇਂਗੀ? ਨਹੀਂ, ਮੈਂ ਪਹਿਲਾਂ ਹੀ ਦੱਸਿਆ ਨਾ ਤੈਨੂੰ, ਬਹੁਤ ਗਰਮੀ ਹੈ। ਮੁਰਗੀ ਸੂਅਰ ਦੇ ਕੋਲ ਗਈ। ਸੂਅਰ, ਵੇਖ, ਮੈਨੂੰ ਕਣਕ ਦੇ ਦਾਣੇ ਲੱਭੇ ਨੇ। ਕੀ ਤੂੰ ਉਹਨਾਂ ਨੂੰ ਮੇਰੇ ਨਾਲ ਬੋਵੇਂਗਾ? नहीं, मैं नहीं कर सकता, इसके लिए मौसम बहुत गर्म है। ਉਹ ਕੁੱਤੇ ਦੇ ਕੋਲ ਗਈ। ਦੋਸਤ, ਮੈਨੂੰ ਕਣਕ ਦੇ ਦਾਣੇ ਮਿਲੇ ਨੇ। ਕੀ ਤੂੰ ਮੇਰੇ ਨਾਲ ਉਹਨਾਂ ਨੂੰ ਬੋਏਂਗਾ? नहीं, बहुत गर्मी है। ਤੇ ਆਖਰ ਵਿੱਚ ਉਹ ਬੱਤਖ ਦੇ ਕੋਲ ਗਈ। ਉਹ ਬੱਤਖ, ਵੇਖ, ਮੈਨੂੰ ਕਣਕ ਦੇ ਦਾਣੇ ਮਿਲੇ ਨੇ। ਕੀ ਤੂੰ ਮੇਰੇ ਨਾਲ ਬੋਏਂਗਾ? नहीं, मैं इस गर्मी में पानी तो निकल ही नहीं सकता। ਠੀਕ ਹੈ, ਮੈਂ ਆਪ ਹੀ ਬੋ ਲਵਾਂਗੀ। ਜਦ ਉਸਨੇ ਵੇਖਿਆ ਕਿ ਕੋਈ ਵੀ ਉਸਦੀ ਮਦਦ ਨਹੀਂ ਕਰਨਾ ਚਾਹੁੰਦਾ ਸੀ ਤਾਂ ਉਸਨੇ ਆਪ ਹੀ ਦਾਣੇ ਬੋਣ ਦਾ ਫੈਸਲਾ ਕੀਤਾ। ਹਫ਼ਤੇ ਗੁਜ਼ਰ ਗਏ। ਬਰਸਾਤ ਦੇ ਦਿਨ ਸ਼ੁਰੂ ਹੋ ਗਏ ਸੀ। ਬੀਜ ਉੱਗ ਆਏ ਸੀ, ਪਰ ਬਗੀਚੇ ਵਿੱਚ ਉੱਗੀ ਜੰਗਲੀ ਘਾਹ ਦੀ ਸਫਾਈ ਕਰਨ ਦੀ ਲੋੜ ਸੀ। ਘਾਹ ਨੂੰ ਸਾਫ਼ ਕਰਨ ਵਿੱਚ ਮੇਰੀ ਮਦਦ ਕੌਣ ਕਰੇਗਾ? ਇਹ ਹੁਣ ਬਹੁਤ ਗੰਦਾ ਹੈ, ਮੈਂ ਤੇਰੀ ਮਦਦ ਨਹੀਂ ਕਰ ਸਕਦੀ। मैं तो कर ही नहीं सकता, मैं अपनी थां नहीं छोड़ सकता। मैं गंदा हो जाऊंगा, मैं नहीं कर सकता, मेरी सेहत ठीक नहीं है, मैं नहीं कर सकता। ਜੇ ਇਹ ਗੱਲ ਹੈ ਤਾਂ ਮੈਂ ਆਪ ਹੀ ਕਰ ਲਵਾਂਗੀ। ਲਾਲ ਮੁਰਗੀ ਨੇ ਬਗੀਚੇ ਦੇ ਵਿੱਚ ਉੱਗੇ ਜੰਗਲੀ ਘਾਹ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਕਣਕ ਉੱਗਣ ਦੇ ਕੁਝ ਚਿਰ ਬਾਅਦ ਹੀ ਹੁਣ ਕਣਕ ਦੀ ਕਟਾਈ ਦਾ ਸਮਾਂ ਆ ਗਿਆ ਸੀ। ਮੁਰਗੀ ਆਪਣੇ ਦੋਸਤਾਂ ਕੋਲ ਗਈ ਤੇ ਪੁੱਛਿਆ ਕਿ ਕੀ ਉਹ ਫਸਲ ਕੱਟਣ ਵਿੱਚ ਉਹਦੀ ਮਦਦ ਕਰਨਗੇ। ਗਾਂ, ਕਣਕ ਉੱਗ ਗਈ ਹੈ, ਕੀ ਫਸਲ ਕੱਟਣ ਵਿੱਚ ਮੇਰੀ ਮਦਦ ਕਰੇਂਗੀ? ਨਹੀਂ, ਮੈਂ ਨਹੀਂ ਕਰ ਸਕਦੀ। ਸੂਅਰ, ਵੇਖੇਂਗਾ ਕਿ ਕਣਕ ਕਿਵੇਂ ਦੀ ਉੱਗੀ ਹੈ। ਕੀ ਤੂੰ ਫਸਲ ਕੱਟਣ ਵਿੱਚ ਮੇਰੀ ਮਦਦ ਕਰੇਂਗਾ? नहीं, मैं नहीं कर सकता, मैं नहीं करना है। ਮੇਰੇ ਦੋਸਤ, ਕਣਕ ਉੱਗ ਗਈ ਹੈ। ਕੀ ਤੂੰ ਫਸਲ ਕੱਟਣ ਵਿੱਚ ਮੇਰੀ ਮਦਦ ਕਰੇਂਗਾ? कौन, मैं? बिल्कुल नहीं। ਓ ਮੇਰੇ ਬੱਤਖ ਦੋਸਤ, ਕਣਕ ਉੱਗ ਗਈ ਹੈ। ਕੀ ਤੂੰ ਫਸਲ ਕੱਟਣ ਵਿੱਚ ਮੇਰੀ ਮਦਦ ਕਰੇਂਗਾ? बेशक मैं नहीं कर सकता। ਠੀਕ ਹੈ, ਮੈਂ ਆਪਣੇ ਆਪ ਹੀ ਕਰ ਲਵਾਂਗੀ। ਛੋਟੀ ਲਾਲ ਮੁਰਗੀ ਨੇ ਦੇਰ ਰਾਤ ਤੱਕ ਕੰਮ ਕੀਤਾ। ਉਸਨੇ ਕਣਕ ਦੇ ਇੱਕ ਇੱਕ ਬੂਟੇ ਦੀ ਆਪ ਹੀ ਕਟਾਈ ਕੀਤੀ। ਹੁਣ ਕਣਕ ਨੂੰ ਆਟੇ ਵਿੱਚ ਬਦਲਣ ਦਾ ਸਮਾਂ ਸੀ। ਉਹ ਆਪਣੇ ਦੋਸਤਾਂ ਤੋਂ ਮਦਦ ਮੰਗਣ ਗਈ। ਸਾਨੂੰ ਆਟਾ ਬਣਾਉਣ ਦੇ ਲਈ ਕਣਕ ਨੂੰ ਪੀਸਣਾ ਹੋਵੇਗਾ। ਕੌਣ-ਕੌਣ ਮੇਰੀ ਮਦਦ ਕਰੇਗਾ? ਨਹੀਂ, ਮੈਂ ਨਹੀਂ ਕਰ ਸਕਦੀ, ਮੈਂ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਹਾਂ। मैं भी कोई मदद नहीं कर सकता, ये मेरा सौण का समा है। मैं तो बिल्कुल ही मदद नहीं कर सकता। मैं नहीं कर सकता, मैनू पानी में ठंडा होने की लोड़ नहीं है। ਮੁਰਗੀ ਨੇ ਚੱਕੀ ਵਿੱਚ ਕਣਕ ਪੀਸ ਕੇ ਆਟਾ ਬਣਾ ਲਿਆ। ਚਲੋ ਹੁਣ ਸਵਾਦੀ ਸਵਾਦੀ ਰੋਟੀ ਬਣਾਉਂਦੇ ਆ। ਮੁਰਗੀ ਆਪਣੇ ਦੋਸਤਾਂ ਦੇ ਕੋਲ ਗਈ। ਉਹ ਉਹਨਾਂ ਨੂੰ ਇੱਕ ਆਖਰੀ ਮੌਕਾ ਦੇਣਾ ਚਾਹੁੰਦੀ ਸੀ। ਗਾਂ, ਮੈਂ ਰੋਟੀ ਬਣਾਉਣ ਜਾ ਰਹੀ ਹਾਂ। ਕੀ ਤੂੰ ਮੇਰੀ ਮਦਦ ਕਰੇਂਗੀ? ਨਹੀਂ, ਮੈਂ ਨਹੀਂ ਕਰ ਸਕਦੀ, ਮੇਰੀ ਕੰਮ ਕਰਨ ਦੀ ਹਾਲਤ ਨਹੀਂ ਹੈ। ਤੇ ਤੂੰ ਸੂਅਰ? आज नहीं, मैं बहुत थक गया हाँ।
ਨਹੀਂ ਮੈਂ ਨਹੀਂ ਕਰ ਸਕਦਾ, ਨਹੀਂ ਮੈਂ ਨਹੀਂ ਕਰ ਸਕਦਾ। ਉਦਾਂ ਵੀ ਮੈਨੂੰ ਪਤਾ ਨਹੀਂ ਰੋਟੀ ਕਿਵੇਂ ਬਣਾਉਂਦੇ ਨੇ। ਇਸ ਵਾਰ ਮੁਰਗੀ ਨੂੰ ਬਹੁਤ ਗੁੱਸਾ ਆ ਗਿਆ ਸੀ। ਉਹ ਆਪ ਹੀ ਰਸੋਈ 'ਚ ਗਈ। ਸਭ ਤੋਂ ਪਹਿਲਾਂ ਉਸਨੇ ਜਿਸ ਆਟੇ ਨੂੰ ਬਣਾਇਆ ਸੀ ਉਹਦੀ ਰੋਟੀ ਬਣਾਈ, ਫਿਰ ਉਸ ਨੂੰ ਇੱਕ ਆਕਾਰ ਦਿੱਤਾ ਤੇ ਆਖਰ ਵਿੱਚ ਓਵਨ ਵਿੱਚ ਪਾ ਕੇ ਉਹਦੇ ਪੱਕਣ ਦਾ ਇੰਤਜ਼ਾਰ ਕਰਨ ਲੱਗੀ। ਰੋਟੀ ਦੀ ਕਮਾਲ ਦੀ ਖੁਸ਼ਬੂ ਫੈਲਣ ਦੇ ਬਾਅਦ ਉਸਨੇ ਇਸ ਨੂੰ ਓਵਨ ਤੋਂ ਬਾਹਰ ਕੱਢਿਆ, ਬਗੀਚੇ ਵਿੱਚ ਗਈ ਤੇ ਮੇਜ਼ ਤੇ ਬਹਿ ਗਈ। ਫਿਰ ਉਸਨੇ ਆਪਣੇ ਦੋਸਤਾਂ ਨੂੰ ਬੁਲਾਇਆ। ਦੋਸਤੋ, ਰੋਟੀ ਤਿਆਰ ਹੈ, ਕੌਣ ਇਹਨੂੰ ਮੇਰੇ ਨਾਲ ਖਾਣਾ ਚਾਹੇਗਾ? ਮੁਰਗੀ ਦੇ ਸਾਹਮਣੇ ਇੰਨੀ ਵਧੀਆ ਰੋਟੀ ਵੇਖ ਕੇ ਸਾਰੇ ਇਕੱਠੇ ਹੀ ਉਹਦੇ ਸਾਹਮਣੇ ਆ ਕੇ ਖੜੇ ਹੋ ਗਏ। ਮੈਨੂੰ ਥੋੜੀ ਚਾਹੀਦੀ ਹੈ। ਮੈਨੂੰ ਵੀ ਬਹੁਤ ਭੁੱਖ ਲੱਗੀ ਹੈ। ਇਹ ਸਹੀ ਵੇਲਾ ਹੈ ਦੋਸਤ ਕਿ ਮੈਨੂੰ ਰੋਟੀ ਪਸੰਦ ਹੈ। ਆਓ ਚਲੋ ਖਾਈਏ। ਨਹੀਂ, ਮੈਂ ਨਹੀਂ ਦੇ ਸਕਦੀ, ਬਿਲਕੁਲ ਨਹੀਂ ਦੇ ਸਕਦੀ। ਮੈਂ ਸਭ ਕੁਝ ਆਪਣੇ ਆਪ ਹੀ ਕੀਤਾ। ਸਿਰਫ ਮੈਂ ਇਹਨੂੰ ਖਾਣ ਦੀ ਹੱਕਦਾਰ ਹਾਂ। ਸਭ ਕੁਝ ਮੈਂ ਆਪਣੇ ਦਮ ਤੇ ਕੀਤਾ। ਬੜੇ ਚਾਅ ਨਾਲ ਮੁਰਗੀ ਨੇ ਰੋਟੀ ਨੂੰ ਖਾਣਾ ਸ਼ੁਰੂ ਕੀਤਾ, ਪਰ ਉਹ ਇਹ ਗੱਲ ਵੀ ਭੁੱਲ ਨਹੀਂ ਪਾ ਰਹੀ ਸੀ ਕਿ ਉਸਦੇ ਦੋਸਤ ਵੀ ਭੁੱਖੇ ਨੇ। ਹੁਣ ਤੋਂ ਜੇ ਤੁਸੀਂ ਮਦਦ ਕਰਨ ਦਾ ਵਾਅਦਾ ਕਰਦੇ ਹੋ ਤਾਂ ਹੀ ਮੈਂ ਆਪਣੀ ਰੋਟੀ ਤੁਹਾਡੇ ਨਾਲ ਵੰਡ ਸਕਦੀ ਹਾਂ। ਖੇਤ ਦੇ ਸਾਰੇ ਜਾਨਵਰ ਸ਼ਰਮਿੰਦਾ ਸੀ। ਉਹਨਾਂ ਨੂੰ ਪਤਾ ਸੀ ਕਿ ਉਹ ਸਹੀ ਕਹਿ ਰਹੀ ਹੈ। ਆਲਸ ਨਹੀਂ। ਮੁਰਗੀ ਜਾਣਦੀ ਸੀ ਕਿ ਉਸਦੇ ਦੋਸਤਾਂ ਨੇ ਇੱਕ ਚੰਗਾ ਸਬਕ ਸਿੱਖਿਆ ਹੈ, ਸੋ ਉਸਨੇ ਆਪਣੀ ਰੋਟੀ ਉਹਨਾਂ ਦੇ ਨਾਲ ਵੰਡ ਲਈ। ਇੱਕ ਚੰਗੇ ਖਾਣੇ ਦੇ ਨਾਲ ਉਹ ਹੁਣ ਭਰੇ ਪੇਟ ਬਹੁਤ ਖੁਸ਼ ਸੀ। ਛੋਟੇ ਜਿਹੇ ਫਾਰਮ ਤੇ ਇੱਕ ਕਿਊਟ ਜਿਹੀ ਡਕ ਫੈਮਿਲੀ ਰਹਿੰਦੀ ਸੀ। ਮੰਮੀ ਡਕ ਆਪਣੇ ਅੰਡਿਆਂ ਤੇ ਬਹਿ ਕੇ ਉਹਦੇ ਵਿੱਚੋਂ ਆਪਣੇ ਬੱਚਿਆਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਉਹ ਪੂਰੇ 7 ਅੰਡੇ ਸੀ। ਇੱਕ ਸੁਨਹਿਰੀ ਸਵੇਰ ਅੰਡਿਆਂ ਤੋਂ ਬੱਚੇ ਬਾਹਰ ਆਉਣ ਲੱਗੇ। ਛੇਤੀ ਹੀ ਉਹਨਾਂ ਵਿੱਚੋਂ 6 ਡਕਲਿੰਗਸ ਬਾਹਰ ਆ ਗਏ। ਡਕਲਿੰਗਸ ਆਪਣੀ ਇਸ ਨਵੀਂ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਕੁਐਕ ਕੁਐਕ ਕਰਦੇ ਹੋਏ ਆਪਣੀ ਮਾਂ ਦੇ ਆਲੇ ਦੁਆਲੇ ਘੁੰਮ ਰਹੇ ਸੀ। ਪਰ ਉਹਨਾਂ ਅੰਡਿਆਂ ਵਿੱਚੋਂ ਜੋ ਸਭ ਤੋਂ ਵੱਡਾ ਅੰਡਾ ਸੀ, ਉਹਦੇ ਵਿੱਚੋਂ ਬੱਚਾ ਬਾਹਰ ਆਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਬਾਹਰ ਨਹੀਂ ਆ ਪਾ ਰਿਹਾ ਸੀ ਅਤੇ ਇਸੇ ਵਜ੍ਹਾ ਕਰਕੇ ਮਾਂ ਡਕ ਬਹੁਤ ਪਰੇਸ਼ਾਨ ਹੋ ਗਈ। ਮਦਰ ਡਕ ਨੇ ਥੋੜੀ ਦੇਰ ਹੋਰ ਇੰਤਜ਼ਾਰ ਕਰਨ ਦੀ ਸੋਚੀ ਤੇ ਫਿਰ ਉਹ ਆਖਰੀ 7ਵਾਂ ਅੰਡਾ ਫੁੱਟਿਆ। ਉਹ ਡਕਲਿੰਗ ਬਹੁਤ ਹੀ ਉਲਝਣ ਭਰੀਆਂ ਨਜ਼ਰਾਂ ਨਾਲ ਇੱਧਰ ਉੱਧਰ ਵੇਖ ਰਿਹਾ ਸੀ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਹਦੀ ਮਾਂ ਅਤੇ ਉਹਦੇ ਭੈਣ ਭਰਾ ਵੀ ਉਹਨੂੰ ਉਲਝਣ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸੀ, ਕਿਉਂਕਿ ਉਹ ਡਕਲਿੰਗ ਬਿਲਕੁਲ ਵੀ ਆਪਣੇ ਭੈਣ ਭਰਾਵਾਂ ਵਰਗਾ ਨਹੀਂ ਦਿਸ ਰਿਹਾ ਸੀ। ਉਹ ਥੋੜਾ ਚੌੜਾ ਸੀ ਅਤੇ ਉਹਦੇ ਭੂਰੇ ਤੇ ਚਿੱਟੇ ਪੰਖ ਸੀ। ਬਾਕੀ ਡਕਲਿੰਗਸ ਉਹਦੇ ਤੇ ਹੱਸਣ ਲੱਗੇ। ਤੂੰ ਕਿੰਨਾ ਬਦਸੂਰਤ ਨਜ਼ਰ ਆ ਰਿਹਾ, ਤੂੰ ਬਿਲਕੁਲ ਸਾਡੇ ਵਾਂਗ ਨਹੀਂ ਦਿਸਦਾ। ਮੈਨੂੰ ਸਮਝ ਨਹੀਂ ਆ ਰਿਹਾ ਤੂੰ ਕਿਵੇਂ ਆਪਣੇ ਭੈਣ ਭਰਾਵਾਂ ਵਰਗਾ ਨਜ਼ਰ ਨਹੀਂ ਆਉਂਦਾ। ਬਦਸੂਰਤ, 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 ਬਦਸੂਰਤ। ਕੁਝ ਸਮੇਂ ਬਾਅਦ ਸਾਰੇ ਡਕਲਿੰਗਸ ਥੋੜੇ ਵੱਡੇ ਹੋਣ ਲੱਗੇ, ਪਰ ਇਹ ਡਕਲਿੰਗ ਬਾਕੀਆਂ ਦੇ ਮੁਕਾਬਲੇ ਕਾਫੀ ਵੱਡਾ ਲੱਗ ਰਿਹਾ ਸੀ ਅਤੇ ਉਹਦੇ ਪੰਖਾਂ ਦੇ ਰੰਗ ਵੀ ਅਜੀਬ ਲੱਗ ਰਹੇ ਸੀ। ਤੂੰ ਕਿੰਨੀ ਛੇਤੀ ਵੱਡਾ ਹੋ ਗਿਆ ਤੇ ਇੰਨਾ ਅਲੱਗ ਕਿਵੇਂ ਹੋ ਗਿਆ? ਵਕਤ ਗੁਜ਼ਰਦਾ ਗਿਆ ਅਤੇ ਉਹ ਬਦਸੂਰਤ ਡਕਲਿੰਗ ਹੋਰ ਵੀ ਅਜੀਬ ਅਤੇ ਭੱਦਾ ਦਿਸਣ ਲੱਗਾ। ਉਹਦੇ ਕੋਈ ਵੀ ਭੈਣ ਭਰਾ ਉਹਦੇ ਨਾਲ ਖੇਡਣ ਨੂੰ ਤਿਆਰ ਨਹੀਂ ਸੀ। ਅਸੀਂ ਤੇਰੇ ਨਾਲ ਨਹੀਂ ਖੇਡਾਂਗੇ, ਤੂੰ ਬੜਾ ਬਦਸੂਰਤ ਹੈ। ਖੇਤ ਦੇ ਬਾਕੀ ਸਾਰੇ ਜਾਨਵਰ ਵੀ ਉਸ ਬਦਸੂਰਤ ਡਕਲਿੰਗ ਦਾ ਮਜ਼ਾਕ ਉਡਾਉਂਦੇ ਸੀ। ਬਦਸੂਰਤ ਡਕਲਿੰਗ, ਬਦਸੂਰਤ ਡਕਲਿੰਗ। ਨਾ 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 ਨਾ, ਬਦਸੂਰਤ ਡਕਲਿੰਗ। ਉਸ ਦੀ ਮਾਂ ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦੀ ਰਹਿੰਦੀ ਸੀ। ਮੇਰੇ ਵਿਚਾਰੇ ਡਕਲਿੰਗ, ਤੂੰ ਬਾਕੀਆਂ ਤੋਂ ਇੰਨਾ ਵੱਖ ਕਿਉਂ ਹੈ? ਜਿਵੇਂ ਜਿਵੇਂ ਦਿਨ ਗੁਜ਼ਰਦੇ ਗਏ ਉਹ ਵਿਚਾਰਾ ਡਕਲਿੰਗ
ਹੋਰ ਵੀ ਹਤਾਸ਼ ਹੋ ਗਿਆ ਅਤੇ ਉਹਨੂੰ ਬਹੁਤ ਅਜੀਬ ਲੱਗ ਰਿਹਾ ਸੀ। ਸਾਰੀ ਰਾਤ ਉਹ ਇਕੱਲੇ ਰੋਂਦਾ ਰਹਿੰਦਾ ਅਤੇ ਸੋਚਦਾ ਕਿ ਉਹਨੂੰ ਕੋਈ ਵੀ ਪਸੰਦ ਨਹੀਂ ਕਰਦਾ। ਮੈਂ ਇੰਨਾ ਬਦਸੂਰਤ ਕਿਉਂ ਆ? ਮੈਂ ਆਪਣੇ ਭੈਣ ਭਰਾਵਾਂ ਵਰਗਾ ਕਿਉਂ ਨਹੀਂ ਨਜ਼ਰ ਆਉਂਦਾ? ਇੱਕ ਦਿਨ ਕੁਝ ਸ਼ਿਕਾਰੀ ਉਸ ਤਲਾਬ ਦੇ ਕਿਨਾਰੇ ਆ ਪਹੁੰਚੇ ਜਿੱਥੇ ਉਹ ਲੋਕ ਰਹਿੰਦੇ ਸੀ। ਸ਼ਿਕਾਰੀ ਉਹਨਾਂ ਡਕਸ ਦਾ ਸ਼ਿਕਾਰ ਕਰਨ ਲੱਗੇ। ਮਦਰ ਡਕ ਆਪਣੇ ਬੱਚਿਆਂ ਦੇ ਲਈ ਖਾਣਾ ਤਲਾਸ਼ ਕਰ ਰਹੀ ਸੀ ਕਿ ਅਚਾਨਕ ਉਹ ਉਹਨਾਂ ਸ਼ਿਕਾਰੀਆਂ ਦੇ ਚੰਗੁਲ ਵਿੱਚ ਫਸ ਗਈ। ਉਸ ਵਿਚਾਰੇ ਬਦਸ਼ਕਲ ਡਕਲਿੰਗ ਨੂੰ ਪਤਾ ਹੀ ਨਹੀਂ ਸੀ ਕਿ ਉਹਦੀ ਮਾਂ ਦੇ ਨਾਲ ਕੀ ਹੋਇਆ ਹੈ। ਉਹ ਮਾਂ ਦੀ ਵਾਪਸ ਆਉਣ ਦਾ ਸਵੇਰ ਤੱਕ ਇੰਤਜ਼ਾਰ ਕਰ ਰਿਹਾ ਸੀ। ਵਿਚਾਰੇ ਨੂੰ ਪਤਾ ਹੀ ਨਹੀਂ ਸੀ ਕਿ ਕੀ ਕਰੇ। ਸਭ ਤੋਂ ਪਹਿਲਾਂ ਉਹ ਕੁੱਤੇ ਦੇ ਕੋਲ ਗਿਆ। ਕੁੱਤੇ ਨੇ ਉਹਨੂੰ ਚਲੇ ਜਾਣ ਨੂੰ ਕਿਹਾ। ਚਲਾ ਜਾ ਇੱਥੋਂ, ਕਿਧਰੇ ਕੋਈ ਮੈਨੂੰ ਤੇਰੇ ਵਰਗੇ ਬਦਸੂਰਤ ਡਕਲਿੰਗ ਨਾਲ ਗੱਲ ਕਰਦੇ ਨਾ ਵੇਖ ਲਵੇ। ਕੁਝ ਦੇਰ ਬਾਅਦ ਉਹ ਮੁਰਗੀ ਦੇ ਕੋਲ ਗਿਆ, ਪਰ ਉਸ ਮੁਰਗੀ ਨੇ ਵੀ ਉਹਦਾ ਮਜ਼ਾਕ ਉਡਾਇਆ। ਮੈਂ ਵੀ ਤੇਰੇ ਤੋਂ ਚੰਗੀ ਨਜ਼ਰ ਆਉਂਦੀ ਆ। ਪੱਕ ਪੱਕ ਪੱਕ। ਬਦਸੂਰਤ ਡਕਲਿੰਗ ਬਹੁਤ ਹੀ ਉਦਾਸ ਹੋ ਗਿਆ ਸੀ। ਮੈਂ ਇੱਥੇ ਕਿਸੇ ਨੂੰ ਵੀ ਪਸੰਦ ਨਹੀਂ। ਜੇ ਮੇਰੀ ਮਾਂ ਵਾਪਸ ਨਹੀਂ ਆਂਦੀ ਹੈ ਤਾਂ ਮੇਰੇ ਇਸ ਖੇਤ ਵਿੱਚ ਰਹਿਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ। ਉਸੇ ਸਵੇਰ ਉਹ ਡਕਲਿੰਗ ਖੇਤ ਛੱਡ ਕੇ ਚਲਾ ਗਿਆ। ਉਹ ਤੈਰਦੇ ਹੋਏ ਤਲਾਅ ਦੇ ਦੂਜੇ ਕਿਨਾਰੇ ਜਾ ਪਹੁੰਚਿਆ। ਉਹ ਸਾਰੇ ਜਾਨਵਰਾਂ ਨੂੰ ਉਹੀ ਸਵਾਲ ਕਰ ਰਿਹਾ ਸੀ। ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਉਹਨੂੰ ਸਭ ਕੋਲੋਂ ਇੱਕੋ ਹੀ ਜਵਾਬ ਮਿਲਿਆ। ਉਹਨਾਂ ਨੇ ਇੰਨਾ ਬਦਸ਼ਕਲ ਡਕਲਿੰਗ ਪਹਿਲਾਂ ਕਦੇ ਨਹੀਂ ਵੇਖਿਆ। ਵਿਚਾਰੇ ਡਕਲਿੰਗ ਨੇ ਆਪਣਾ ਸਫ਼ਰ ਤੈਅ ਕੀਤਾ ਅਤੇ ਦੂਜੇ ਤਲਾਅ ਵਿੱਚ ਜਾ ਪਹੁੰਚਿਆ। ਉੱਥੇ ਵੀ ਉਹਨੇ ਉਹੀ ਸਵਾਲ ਸਭ ਤੋਂ ਪੁੱਛਿਆ। ਤੈਨੂੰ ਇੱਥੇ ਨਹੀਂ ਰਹਿਣਾ ਚਾਹੀਦਾ। ਇੱਥੇ ਆਸੇ-ਪਾਸੇ ਬਹੁਤ ਸ਼ਿਕਾਰੀ ਹਨ। ਤੂੰ ਫਟਾਫਟ ਇੱਥੋਂ ਚਲਿਆ ਜਾ। ਜਾ। ਬਦਸੂਰਤ ਡਕਲਿੰਗ ਉੱਥੋਂ ਨਿਕਲ ਗਿਆ। ਛੇਤੀ ਉਹ ਇੱਕ ਹੋਰ ਤਲਾਬ ਵਿੱਚ ਪਹੁੰਚਿਆ। ਇਸ ਵਾਰ ਉੱਥੇ ਕੋਈ ਵੀ ਨਹੀਂ ਸੀ। ਉਹ ਇਕੱਲਾ ਹੀ ਸੀ। ਜੇ ਕਿਸੇ ਨੂੰ ਵੀ ਮੈਂ ਪਸੰਦ ਨਹੀਂ ਤਾਂ ਮੈਂ ਇੱਥੇ ਹੀ ਲੁੱਕ ਕੇ ਰਹਿਣਾ ਪੂਰੀ ਜ਼ਿੰਦਗੀ। ਮਹੀਨੇ ਗੁਜ਼ਰਦੇ ਗਏ। ਇਕੱਲੇ ਹੋਣ ਦੇ ਬਾਵਜੂਦ ਉਹ ਬਹੁਤ ਖੁਸ਼ ਸੀ। ਇੱਕ ਦਿਨ ਉਹਨੇ ਵੇਖਿਆ ਕਿ ਚਿੱਟੀ ਲੰਮੀ ਗਰਦਨ ਵਾਲੇ ਪੰਛੀਆਂ ਦਾ ਇੱਕ ਝੁੰਡ ਦੱਖਣ ਵੱਲ ਨੂੰ ਵਧ ਰਿਹਾ ਸੀ। ਬਦਸੂਰਤ ਡਕਲਿੰਗ ਤਾਰੀਫ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਵੇਖ ਰਿਹਾ ਸੀ। ਕਿੰਨੇ ਸੋਹਣੇ ਹਨ ਉਹ। ਕਾਸ਼ ਮੈਂ ਵੀ ਉਹਨਾਂ ਦੀ ਤਰ੍ਹਾਂ ਦਿਸਦਾ। ਸਰਦੀ ਦਾ ਮੌਸਮ ਆ ਗਿਆ ਅਤੇ ਬਰਫ਼ ਪੈਣ ਲੱਗੀ। ਬਦਸੂਰਤ ਡਕਲਿੰਗ ਨੂੰ ਪਹਿਲੀ ਬਰਫ਼ ਗਿਰਨ ਦੇ ਨਜ਼ਾਰੇ ਨਾਲ ਪਿਆਰ ਹੋ ਗਿਆ। ਖੇਡਦੇ ਹੋਏ ਉਹ ਪੂਰਾ ਬਰਫ਼ ਨਾਲ ਢੱਕ ਗਿਆ। ਕਾਫੀ ਬਰਫ਼ ਗਿਰਨ ਦੀ ਵਜ੍ਹਾ ਨਾਲ ਉਹਨੂੰ ਖਾਣਾ ਲੱਭਣ ਵਿੱਚ ਦਿੱਕਤ ਹੋ ਰਹੀ ਸੀ। ਇਸ ਲਈ ਉਹ ਤੁਰਦਾ ਹੀ ਜਾ ਰਿਹਾ ਸੀ ਖਾਣੇ ਦੀ ਤਲਾਸ਼ ਵਿੱਚ। ਉਹ ਠੰਡ ਨਾਲ ਕੰਬ ਰਿਹਾ ਸੀ ਅਤੇ ਥੱਕਿਆ ਹੋਇਆ ਵੀ ਸੀ। ਉਹ ਇੱਕ ਕਿਸਾਨ ਦੇ ਕੋਲ ਪਹੁੰਚਿਆ। ਕਿਸਾਨ ਨੂੰ ਉਹਦੇ ਤੇ ਤਰਸ ਆਇਆ ਅਤੇ ਉਹਨੇ ਉਹਨੂੰ ਆਪਣਾ ਜੈਕਟ ਦੇ ਦਿੱਤਾ। ਵਿਚਾਰਾ ਡਕ, ਤੂੰ ਕਿੰਨਾ ਠੰਡਾ ਪੈ ਗਿਆ ਹੈ। ਮੈਂ ਤੈਨੂੰ ਘਰ ਲੈ ਜਾ ਕੇ ਤੇਰੀ ਦੇਖਭਾਲ ਕਰਾਂਗਾ ਤੇਰੇ ਵੱਡੇ ਹੋਣ ਤੱਕ। ਕਿਸਾਨ ਨੇ ਜਿਵੇਂ ਕਿਹਾ ਉਵੇਂ ਹੀ ਕੀਤਾ। ਡਕਲਿੰਗ ਦੇ ਵੱਡੇ ਹੁੰਦੇ ਹੁੰਦੇ ਬਸੰਤ ਰੁੱਤ ਵੀ ਆ ਗਈ ਸੀ। ਬਦਸੂਰਤ ਡਕਲਿੰਗ ਨੂੰ ਘੁੰਮਣ ਦੇ ਲਈ ਜ਼ਿਆਦਾ ਥਾਂ ਮਿਲੇ, ਇਸ ਲਈ ਕਿਸਾਨ ਨੇ ਉਹਨੂੰ ਤਲਾਅ ਵਿੱਚ ਛੱਡਣ ਦੀ ਸੋਚੀ। ਫਿਰ ਇੱਕ ਵਾਰ ਕੱਲਿਆਂ ਕੁਝ ਸਮੇਂ ਬਾਅਦ ਡਕਲਿੰਗ ਨੇ ਆਪਣਾ ਖੁਦ ਦਾ ਪਰਛਾਵਾਂ ਪਾਣੀ ਦੇ ਅੰਦਰ ਵੇਖਿਆ। ਪਰ ਜੋ ਉਹਨੇ ਵੇਖਿਆ ਉਹਨੂੰ ਵੇਖ ਕੇ ਹੈਰਾਨ ਹੋ ਗਿਆ। ਪਹਿਲਾਂ ਤਾਂ ਉਹ ਆਪਣੇ ਆਪ ਨੂੰ ਪਛਾਣ ਹੀ ਨਹੀਂ ਸਕਿਆ। ਉਹਨੂੰ ਲੱਗਿਆ ਉਹਦੇ ਪਿੱਛੇ ਕੋਈ ਹੋਰ ਖੜਾ ਹੈ। ਇਸ ਲਈ ਉਹਨੇ ਆਪਣੇ ਪੰਖਾਂ ਨੂੰ ਖੋਲ੍ਹਿਆ ਅਤੇ ਵੇਖਿਆ ਕਿ ਉਹਦਾ ਪਰਛਾਵਾਂ ਵੀ ਉਹੀ ਕਰ ਰਿਹਾ ਸੀ। ਉਹਨੇ ਆਪਣੀ ਗਰਦਨ ਨੂੰ ਖਿੱਚ ਕੇ ਬਾਹਰ ਕੀਤਾ ਤੇ ਉਹੀ ਉਹਨੇ ਪਾਣੀ ਵਿੱਚ ਹੁੰਦਿਆਂ ਵੀ ਵੇਖਿਆ।
ਤਾਂ ਉਹਨੂੰ ਇਹ ਯਕੀਨ ਹੋ ਗਿਆ ਕਿ ਉਹ ਕੋਈ ਹੋਰ ਨਹੀਂ ਸਗੋਂ ਖੁਦ ਹੈ। ਓਹ, ਮੈਂ ਕਿੰਨਾ ਬਦਲ ਗਿਆ ਹਾਂ। ਮੈਂ ਅਸਮਾਨ ਤੇ ਉੜਦੇ ਪੰਛੀਆਂ ਵਾਂਗ ਦਿਸ ਰਿਹਾ ਹਾਂ। ਮੈਨੂੰ ਘਰ ਵਾਪਸ ਜਾਣਾ ਚਾਹੀਦਾ ਹੈ। ਜਦੋਂ ਉਹ ਤਲਾਅ ਵਿੱਚ ਤੈਰਦੀ ਹੋਈ ਜਾ ਰਿਹਾ ਸੀ, ਰਸਤੇ ਵਿੱਚ ਉਹਨੂੰ ਹੰਸਾਂ ਦਾ ਝੁੰਡ ਮਿਲਿਆ। ਕਿਉਂਕਿ ਹੁਣ ਉਹ ਉਹਨਾਂ ਲੋਕਾਂ ਵਿੱਚੋਂ ਹੀ ਇੱਕ ਸੀ, ਉਹਨਾਂ ਨੇ ਉਹਨੂੰ ਆਪਣੇ ਨਾਲ ਲੈ ਲਿਆ। ਉਹ ਬਦਸੂਰਤ ਡਕਲਿੰਗ ਹੁਣ ਉਹਨਾਂ ਹੰਸਾਂ ਦੇ ਨਾਲ ਖੁਸ਼ੀ ਨਾਲ ਤੈਰਦੇ ਹੋਏ ਜਾ ਰਿਹਾ ਸੀ। ਇੱਕ ਮੁੰਡਾ ਜੋ ਤਲਾਅ ਦੇ ਕਿਨਾਰੇ ਸੀ, ਇਹਨਾਂ ਹੰਸਾਂ ਨੂੰ ਵੇਖ ਕੇ ਉੱਚੀ ਉੱਚੀ ਹਾਕਾਂ ਮਾਰ ਕੇ ਆਪਣੇ ਦੋਸਤਾਂ ਨੂੰ ਬੁਲਾਉਣ ਲੱਗਾ। ਓਏ ਉਸ ਛੋਟੇ ਆਲੇ ਨੂੰ ਵੇਖੋ ਜੋ ਸਭ ਤੋਂ ਅਖੀਰ ਵਿੱਚ ਤੈਰ ਰਿਹਾ ਹੈ। ਉਹ ਸਭ ਤੋਂ ਸੋਹਣਾ ਹੰਸ ਹੈਗਾ। ਇਹਨੂੰ ਮੈਂ ਪਹਿਲਾਂ ਕਦੇ ਨਹੀਂ ਵੇਖਿਆ। ਹਾਂ, ਉਹ ਪਹਿਲਾਂ ਤੋਂ ਹੀ ਇੱਕ ਹੰਸ ਸੀ। ਬਦਕਿਸਮਤੀ ਨਾਲ ਉਹ ਅੰਡਾ ਬਾਕੀ ਡਕਸ ਦੇ ਅੰਡਿਆਂ ਦੇ ਨਾਲ ਮਿਲ ਗਿਆ ਸੀ। ਪਰ ਹੁਣ ਉਹ ਆਪਣੇ ਅਸਲੀ ਪਰਿਵਾਰ ਦੇ ਨਾਲ ਸੀ ਅਤੇ ਉਹਦੀ ਆਉਣ ਵਾਲੀ ਜ਼ਿੰਦਗੀ ਬਹੁਤ ਹੀ ਖੁਸ਼ੀਆਂ ਨਾਲ ਭਰੀ ਸੀ। ਫੈਰੀ ਟੇਲਸ ਅਤੇ ਬੱਚਿਆਂ ਦੇ ਲਈ ਬੈੱਡ ਟਾਈਮ ਕਹਾਣੀਆਂ। ਜੰਗਲੀ ਹੰਸ। ਇੱਕ ਵਾਰ ਦੂਰ ਦੇਸ਼ ਵਿੱਚ 11 ਪੁੱਤਰਾਂ ਤੇ ਇੱਕ ਧੀ ਦੇ ਨਾਲ ਇੱਕ ਰਾਜਾ ਰਹਿੰਦਾ ਸੀ। ਜਦੋਂ ਉਸ ਦੀ ਘਰਵਾਲੀ ਗੁਜ਼ਰ ਗਈ ਤਾਂ ਕੁਝ ਸਮੇਂ ਬਾਅਦ ਰਾਜਾ ਨੇ ਫੇਰ ਤੋਂ ਵਿਆਹ ਕਰ ਲਿਆ। ਉਹ ਇਹ ਨਹੀਂ ਜਾਣਦਾ ਸੀ ਕਿ ਨਵੀਂ ਰਾਣੀ ਅਸਲ ਵਿੱਚ ਇੱਕ ਚੁੜੈਲ ਸੀ। ਉਹ ਰਾਜਾ ਦੀ ਪਹਿਲੀ ਘਰਵਾਲੀ ਤੇ ਬੱਚਿਆਂ ਨੂੰ ਪਸੰਦ ਨਹੀਂ ਕਰਦੀ ਸੀ। ਉਹ ਹਮੇਸ਼ਾ ਉਹਨਾਂ ਦੇ ਬਾਰੇ 'ਚ ਰਾਜਾ ਨੂੰ ਸ਼ਿਕਾਇਤ ਕਰਦੀ ਰਹਿੰਦੀ ਤੇ ਉਹਨਾਂ ਨੂੰ ਮਹਿਲ ਤੋਂ ਬਾਹਰ ਕੱਢਣ ਦੇ ਨਵੇਂ-ਨਵੇਂ ਤਰੀਕੇ ਲੱਭਦੀ ਰਹਿੰਦੀ। ਬੱਚੇ ਬੜੇ ਬਦਮਾਸ਼ ਨੇ, ਨੌਕਰਾਣੀਆਂ ਰੋਜ਼ ਉਹਨਾਂ ਦੀਆਂ ਸ਼ਿਕਾਇਤਾਂ ਕਰਦੀਆਂ ਨੇ। ਨਵੀਂ ਰਾਣੀ ਨੇ ਬਹੁਤ ਸ਼ਿਕਾਇਤਾਂ ਕੀਤੀਆਂ। ਹੌਲੀ-ਹੌਲੀ ਰਾਜਾ ਨੂੰ ਇਹਨਾਂ ਅਫਵਾਹਾਂ ਤੇ ਵਿਸ਼ਵਾਸ ਹੋਣ ਲੱਗਾ। ਸਭ ਤੋਂ ਪਹਿਲਾਂ ਰਾਜਾ ਨੇ ਆਪਣੀ ਧੀ ਨੂੰ ਨੇੜੇ ਦੇ ਖੇਤ ਵਿੱਚ ਭੇਜ ਦਿੱਤਾ। ਉਹ 15 ਸਾਲ ਦੀ ਉਮਰ ਤੱਕ ਕਿਸਾਨ ਪਰਿਵਾਰ ਦੇ ਨਾਲ ਰਹਿਣ ਵਾਲੀ ਸੀ। ਮਾੜੇ ਦਿਲ ਵਾਲੀ ਰਾਣੀ ਮੁੰਡਿਆਂ ਨੂੰ ਵੀ ਦੂਰ ਭੇਜਣਾ ਚਾਹੁੰਦੀ ਸੀ, ਪਰ ਉਹ ਬਹੁਤ ਛੋਟੇ ਸੀ, ਇਸ ਲਈ ਰਾਜਾ ਨੇ ਮਨਜ਼ੂਰੀ ਨਹੀਂ ਦਿੱਤੀ। ਪਰ ਉਸ ਨੇ ਉਹਨਾਂ ਨੂੰ ਆਪਣੇ ਕਮਰੇ ਤੋਂ ਬਾਹਰ ਆਉਣ ਤੋਂ ਮਨਾ ਕਰ ਦਿੱਤਾ। ਇੱਕ ਰਾਤ ਰਾਣੀ ਉਹਨਾਂ ਦੇ ਕਮਰੇ 'ਚ ਆਈ ਤੇ ਇੱਕ ਮੰਤਰ ਨਾਲ ਉਹਨਾਂ ਨੂੰ 11 ਜੰਗਲੀ ਹੰਸਾਂ ਵਿੱਚ ਬਦਲ ਦਿੱਤਾ। ਉਸਨੇ ਫਿਰ ਬਾਰੀ ਖੋਲੀ ਤੇ ਕਮਰੇ ਤੋਂ ਬਾਹਰ ਚਲੀ ਗਈ। ਮੁੰਡੇ ਜੋ ਹੁਣ ਜੰਗਲੀ ਹੰਸ ਸੀ, ਬਾਰੀ ਤੋਂ ਬਾਹਰ ਉੱਡ ਗਏ। ਸਾਲਾਂ ਬੀਤ ਚੁੱਕੇ ਸੀ ਤੇ ਕੁੜੀ ਹੁਣ 15 ਸਾਲਾਂ ਦੀ ਹੋ ਚੁੱਕੀ ਸੀ। ਉਸੇ ਦਿਨ ਉਹ ਮਹਿਲ 'ਚ ਵਾਪਸ ਆਈ। ਜਦ ਉਹ ਆਪਣੇ ਪਿਓ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੀ ਸੀ, ਮਤਰੇਈ ਮਾਂ ਰਾਣੀ ਨੇ ਉਸ ਨੂੰ ਵੇਖ ਲਿਆ। ਇਹ ਵੇਖ ਕੇ ਕਿ ਉਹ ਹੁਣ ਬਹੁਤ ਸੋਹਣੀ ਮੁਟਿਆਰ ਬਣ ਗਈ ਹੈ, ਰਾਣੀ ਉਸ ਤੋਂ ਈਰਖਾ ਕਰਨ ਲੱਗੀ ਤੇ ਨਾਲੇ ਉਸ ਦੇ ਮਨ ਵਿੱਚ ਇਹ ਗੱਲ ਵੀ ਚੁੱਭ ਰਹੀ ਸੀ ਕਿ ਉਹ ਮਹਿਲ 'ਚ ਵਾਪਸ ਕਿਉਂ ਆ ਗਈ ਹੈ। ਆਪਣੇ ਪਿਤਾ ਦੇ ਮਹਿਲ ਵਿੱਚ ਵਾਪਸ ਆਉਣ ਦਾ ਇੰਤਜ਼ਾਰ ਕਰਦੇ ਕਰਦੇ ਰਾਜਕੁਮਾਰੀ ਨੂੰ ਪਤਾ ਹੀ ਨਹੀਂ ਚੱਲਿਆ ਕਦ ਉਸ ਨੂੰ ਨੀਂਦਰ ਆ ਗਈ। ਰਾਣੀ ਉਸ ਦੇ ਕਮਰੇ 'ਚ ਗਈ ਤੇ ਉਸ ਤੇ ਜਾਦੂ ਕਰ ਦਿੱਤਾ। ਅਚਾਨਕ ਰਾਜਕੁਮਾਰੀ ਦੇ ਵਾਲ ਗੰਦੇ ਹੋ ਗਏ, ਉਸ ਦਾ ਚਿਹਰਾ ਬਦਸ਼ਕਲਾ ਹੋ ਗਿਆ ਤੇ ਹੁਣ ਸਭ ਕੁਝ ਕਾਲਾ ਹੋ ਗਿਆ ਸੀ। ਰਾਜਾ ਜਦੋਂ ਮਹਿਲ ਵਿੱਚ ਵਾਪਸ ਆਇਆ ਤਾਂ ਇਹ ਪਤਾ ਚੱਲਣ ਤੇ ਕਿ ਉਸ ਦੀ ਧੀ ਵਾਪਸ ਆ ਗਈ ਹੈ, ਉਹ ਬਹੁਤ ਖੁਸ਼ ਹੋਇਆ। ਪਰ ਜੋ ਕੁੜੀ ਉੱਥੇ ਸੁੱਤੀ ਪਈ ਸੀ, ਉਹ ਤੇ ਬਿਲਕੁਲ ਉਸ ਦੀ ਧੀ ਵਰਗੀ ਨਹੀਂ ਲੱਗਦੀ ਸੀ। ਇਹ ਮੇਰੀ ਧੀ ਨਹੀਂ ਹੈ। ਮੈਂ ਉਸ ਨੂੰ ਐਸੇ ਵੇਲੇ ਇਸ ਮਹਿਲ ਚੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹਾਂ। ਇਹ ਹੁਕਮ ਦੇ ਕੇ ਰਾਜਾ ਕਮਰੇ ਤੋਂ ਬਾਹਰ ਨਿਕਲ ਗਿਆ। ਰਾਜਾ ਦੇ ਪਹਿਰੇਦਾਰਾਂ ਨੇ ਰਾਜਕੁਮਾਰੀ ਨੂੰ ਜਗਾਇਆ ਤੇ ਉਸ ਨੂੰ ਮਹਿਲ ਤੋਂ ਬਾਹਰ ਲੈ ਗਏ। ਉਸ ਦੀ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ
ਉਹਨਾਂ ਨੇ ਉਸ ਨੂੰ ਇੱਕ ਵਾਰ ਵੀ ਰਾਜਾ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਵਿਚਾਰੀ ਰਾਜਕੁਮਾਰੀ ਰੋਂਦੇ ਰੋਂਦੇ ਚਲੀ ਗਈ, ਕਿਉਂਕਿ ਹੁਣ ਉਸਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੈਨੂੰ ਘੱਟੋ ਘੱਟ ਆਪਣੇ ਭਰਾਵਾਂ ਨੂੰ ਲੱਭਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਇਕੱਠੇ ਹੁੰਦੇ ਤਾਂ ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ ਸੀ। ਜੰਗਲ ਵਿੱਚ ਟਹਿਲਦੇ ਹੋਏ ਰਾਜਕੁਮਾਰੀ ਨੂੰ ਇੱਕ ਬੁੱਢੀ ਮਿਲੀ। ਉਸਨੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਪੁੱਛਿਆ, ਕੀ ਤੁਸੀਂ 11 ਨੌਜਵਾਨ ਰਾਜਕੁਮਾਰਾਂ ਨੂੰ ਇੱਥੇ ਵੇਖਿਆ ਹੈ? ਮੇਰੀ ਪਿਆਰੀ ਬੱਚੀਏ, ਮੈਂ 11 ਰਾਜਕੁਮਾਰ ਤਾਂ ਨਹੀਂ ਵੇਖੇ, ਪਰ ਮੈਂ ਹਰ ਸ਼ਾਮ 11 ਜੰਗਲੀ ਹੰਸ ਜ਼ਰੂਰ ਵੇਖੇ ਨੇ। ਉਹ ਇੱਥੇ ਕਿਨਾਰੇ ਤੇ ਹੀ ਰਹਿੰਦੇ ਨੇ। ਨੌਜਵਾਨ ਰਾਜਕੁਮਾਰੀ ਉਦਾਸ ਹੋ ਕੇ ਉੱਥੋਂ ਚਲੀ ਗਈ ਤੇ ਕਿਨਾਰੇ ਤੇ ਪਹੁੰਚੀ। ਸੂਰਜ ਢਲਣ ਦੇ ਨੇੜੇ ਤੇੜੇ 11 ਜੰਗਲੀ ਹੰਸ, ਜਿਨ੍ਹਾਂ ਦੇ ਬਾਰੇ 'ਚ ਬੁੱਢੀ ਦੱਸ ਰਹੀ ਸੀ, ਉੱਥੇ ਆ ਗਏ। ਸੂਰਜ ਢਲਣ ਤੋਂ ਬਾਅਦ 11 ਹੰਸ 11 ਸੋਹਣੇ ਰਾਜਕੁਮਾਰਾਂ ਦੇ ਵਿੱਚ ਬਦਲ ਗਏ, ਜਿਸ ਨੂੰ ਵੇਖ ਕੇ ਰਾਜਕੁਮਾਰੀ ਹੈਰਾਨ ਰਹਿ ਗਈ। ਉਸ ਨੌਜਵਾਨ ਕੁੜੀ ਨੇ ਆਪਣੇ ਭਰਾਵਾਂ ਨੂੰ ਉਸੇ ਵੇਲੇ ਪਛਾਣ ਲਿਆ ਤੇ ਉਹ ਉਹਨਾਂ ਵੱਲ ਭੱਜਣ ਲੱਗੀ। ਜਦੋਂ ਭੱਜ ਰਹੀ ਸੀ ਤਾਂ ਉਹ ਇੱਕ ਵਾਰੀ ਫੇਰ ਤੋਂ ਇੱਕ ਸੋਹਣੀ ਰਾਜਕੁਮਾਰੀ ਵਿੱਚ ਬਦਲ ਗਈ ਤੇ ਬੇਸ਼ੱਕ ਉਹਦੇ ਭਰਾਵਾਂ ਨੇ ਤੁਰੰਤ ਉਹਨੂੰ ਪਛਾਣ ਲਿਆ। ਖੁਸ਼ੀ ਤੇ ਉਤਸ਼ਾਹ ਨਾਲ ਉਹ ਇੱਕ ਦੂਜੇ ਦੇ ਗਲ ਲੱਗੇ। ਦੁਸ਼ਟ ਰਾਣੀ ਦਾ ਜਾਦੂ ਟੁੱਟ ਗਿਆ। ਇਹ ਉਹਨਾਂ ਦੇ ਪਰਿਵਾਰਕ ਪ੍ਰੇਮ ਦੀ ਤਾਕਤ ਸੀ। ਗਿਆਰਾਂ ਰਾਜਕੁਮਾਰਾਂ ਨੇ ਨੌਜਵਾਨ ਰਾਜਕੁਮਾਰੀ ਨੂੰ ਆਪਣੀ ਕਹਾਣੀ ਸੁਣਾਈ ਕਿ ਉਹ ਸਿਰਫ ਰਾਤ ਵਿੱਚ ਇਨਸਾਨ ਹੋ ਸਕਦੀ ਸੀ ਤੇ ਸਵੇਰ ਹੁੰਦੇ ਹੀ ਉਹ 11 ਜੰਗਲੀ ਹੰਸਾਂ ਵਿੱਚ ਬਦਲ ਜਾਂਦੇ ਸੀ। ਤੇ ਕਿਉਂਕਿ ਹੁਣ ਸਵੇਰ ਤਕਰੀਬਨ ਖਤਮ ਹੋ ਚੁੱਕੀ ਸੀ, ਉਹਨਾਂ ਨੇ ਉਸ ਨੂੰ ਆਪਣੇ ਨਾਲ ਲੈ ਜਾਣ ਦਾ ਫੈਸਲਾ ਕੀਤਾ। ਉਹਨਾਂ ਨੇ ਕਿਸ਼ਤੀ ਵਰਗੀ ਇੱਕ ਟੋਕਰੀ ਬਣਾਈ, ਉਹਦੇ ਵਿੱਚ ਉਸ ਨੂੰ ਬਿਠਾਇਆ ਤੇ ਜਦੋਂ ਉਹ ਤਿਆਰ ਸੀ, ਸੂਰਜ ਉੱਤੇ ਆਇਆ ਤੇ ਇੱਕ ਵਾਰ ਫਿਰ ਉਹ ਜੰਗਲੀ ਹੰਸਾਂ ਦੇ ਵਿੱਚ ਬਦਲ ਗਏ। ਜੰਗਲੀ ਹੰਸਾਂ ਨੇ ਟੋਕਰੀ ਨੂੰ ਚੁੱਕ ਲਿਆ ਤੇ ਉਹ ਕਿਨਾਰੇ ਤੋਂ ਉੱਡਣ ਲੱਗੇ। ਨੌਜਵਾਨ ਰਾਜਕੁਮਾਰੀ ਨੂੰ ਆਪਣੇ ਭਰਾਵਾਂ ਨਾਲ ਉੜਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ, ਜਿਵੇਂ ਕਿ ਇਹ ਕੋਈ ਸੁਪਨਾ ਹੋਵੇ। ਥੋੜੀ ਦੇਰ ਬਾਅਦ ਉਹ ਸੌਂ ਗਈ। ਆਪਣੇ ਸੁਪਨੇ ਵਿੱਚ ਉਸਨੇ ਬੱਦਲਾਂ ਵਿੱਚੋਂ ਇੱਕ ਪਰੀ ਨੂੰ ਵੇਖਿਆ। ਜੇ ਤੂੰ ਚਾਹੁੰਦੀ ਹੈ ਕਿ ਤੇਰੇ ਭਰਾ ਹਮੇਸ਼ਾ ਵਾਸਤੇ ਪਹਿਲਾਂ ਵਰਗੇ ਬਣ ਜਾਣ, ਤਾਂ ਤੈਨੂੰ ਬਿਛੂਆ ਪੀੜ ਦੇ ਧਾਗੇ ਤੋਂ ਉਹਨਾਂ ਦੇ ਲਈ ਜੈਕਟ ਬਣਾਉਣੇ ਹੋਣਗੇ। ਪਰ ਜਦ ਤੱਕ ਤੂੰ ਸਭ ਦੇ ਲਈ ਜੈਕਟ ਨਹੀਂ ਬਣਾ ਲੈਂਦੀ, ਉਦੋਂ ਤੱਕ ਇਸ ਦੇ ਬਾਰੇ 'ਚ ਕਿਸੇ ਨੂੰ ਵੀ ਨਹੀਂ ਦੱਸਣਾ, ਨਹੀਂ ਤਾਂ ਇਹ ਹਮੇਸ਼ਾ ਦੇ ਲਈ ਹੰਸ ਬਣ ਕੇ ਹੀ ਰਹਿ ਜਾਣਗੇ। ਇਹ ਸਲਾਹ ਦੇਣ ਤੋਂ ਬਾਅਦ ਪਰੀ ਗਾਇਬ ਹੋ ਗਈ। ਮੁਟਿਆਰ ਰਾਜਕੁਮਾਰੀ ਨੇ ਆਪਣੇ ਭਰਾਵਾਂ ਨੂੰ ਆਪਣੇ ਸੁਪਨੇ ਦੇ ਬਾਰੇ ਕੁਝ ਨਹੀਂ ਦੱਸਿਆ। ਉਸ ਦੇ ਭਰਾਵਾਂ ਨੇ ਉਸ ਨੂੰ ਨੇੜੇ ਦੀ ਜ਼ਮੀਨ ਤੇ ਛੱਡ ਦਿੱਤਾ ਤੇ ਛੇਤੀ ਵਾਪਸ ਆਉਣ ਦਾ ਵਾਅਦਾ ਕਰਕੇ ਉਹ ਉੱਡ ਗਏ। ਰਾਜਕੁਮਾਰੀ ਨੇ ਜੈਕਟ ਦੇ ਲਈ ਚੁੱਭਣ ਵਾਲਾ ਰੇਸ਼ਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਪਰ ਹਰ ਵਾਰ ਜਦੋਂ ਉਹ ਰੇਸ਼ੇ ਨੂੰ ਹੱਥ ਲਾਉਂਦੀ, ਉਹਦੇ ਹੱਥ ਜ਼ਖਮੀ ਹੋ ਜਾਂਦੇ। ਪਰ ਉਸਨੇ ਦਰਦ ਦੀ ਪਰਵਾਹ ਨਹੀਂ ਕੀਤੀ ਤੇ ਰੇਸ਼ਾ ਇਕੱਠਾ ਕਰਦੀ ਰਹੀ। ਅਚਾਨਕ ਉਸਨੂੰ ਇੱਕ ਰਾਜਕੁਮਾਰ ਨੇ ਵੇਖਿਆ ਜੋ ਸ਼ਿਕਾਰ ਕਰ ਰਿਹਾ ਸੀ। ਰਾਜਕੁਮਾਰ ਰਾਜਕੁਮਾਰੀ ਦੇ ਰੂਪ ਤੇ ਮਹਿਲ ਹੋ ਗਿਆ ਤੇ ਇਸੇ ਲਈ ਰਾਜਕੁਮਾਰੀ ਨਾਲ ਗੱਲ ਕਰਨ ਦਾ ਬਹਾਨਾ ਲੱਭਣ ਦੇ ਲਈ ਉਹ ਉਸੇ ਰਸਤੇ ਤੋਂ ਲੰਘਣ ਲੱਗਾ। ਹੇ ਸੋਹਣੀ ਮੁਟਿਆਰੇ, ਅੱਜ ਪਹਿਲੀ ਵਾਰ ਮੈਂ ਤੁਹਾਨੂੰ ਇੱਥੇ ਵੇਖ ਰਿਹਾ ਹਾਂ। ਤੁਸੀਂ ਆਪਣੇ ਨਾਜ਼ੁਕ ਹੱਥਾਂ ਨਾਲ ਚੁੱਭਣ ਵਾਲੇ ਰੇਸ਼ੇ ਕਿਉਂ ਇਕੱਠਾ ਕਰ ਰਹੇ ਹੋ? ਪਰ ਕਿਉਂਕਿ ਰਾਜਕੁਮਾਰੀ ਆਪਣੀ ਯੋਜਨਾ ਦੇ ਬਾਰੇ ਕਿਸੇ ਨੂੰ ਦੱਸ ਨਹੀਂ ਸਕਦੀ ਸੀ, ਸੋ ਉਹਨੇ ਕੋਈ ਜਵਾਬ ਨਾ ਦਿੱਤਾ। ਮੈਂ ਇਸ ਰਾਜ ਦਾ ਰਾਜਕੁਮਾਰ ਹਾਂ ਤੇ ਮੈਂ ਤੁਹਾਨੂੰ ਆਪਣੇ ਮਹਿਲ ਵਿੱਚ ਆਉਣ ਦਾ ਸੱਦਾ ਦੇਣਾ ਚਾਹੁੰਦਾ ਹਾਂ। ਰਾਜਕੁਮਾਰੀ ਨੇ ਬੁਲਾਵਾ ਸਵੀਕਾਰ ਕੀਤਾ, ਇਹ ਸੋਚ ਕੇ ਕਿ ਉਹ ਮਹਿਲ ਵਿੱਚ ਜ਼ਿਆਦਾ ਸੁਰੱਖਿਅਤ ਰਹੇਗੀ ਤੇ ਇਸ ਨਾਲ ਉਹ ਆਪਣੇ ਭਰਾਵਾਂ ਨੂੰ ਛੇਤੀ ਬਚਾ ਵੀ ਸਕੇਗੀ। ਮਹਿਲ ਵਿੱਚ ਆਪਣੇ ਦਿਨ ਬਿਤਾਉਂਦੇ ਹੋਏ ਰਾਜਕੁਮਾਰੀ ਨੇ ਚੁੱਪ-ਚਪੀਤੇ ਆਪਣੇ ਭਰਾਵਾਂ ਦੇ ਲਈ ਬਿਛਵਾ ਤੋਂ ਜੈਕਟ ਬਣਾਉਣਾ ਜਾਰੀ ਰੱਖਿਆ। ਪਰ ਇੱਕ ਦਿਨ ਰਾਜਕੁਮਾਰ ਦੇ ਚਚੇਰੇ ਭਰਾ ਨੇ ਰਾਜਕੁਮਾਰੀ ਨੂੰ ਚੁੱਭਣ ਵਾਲੇ ਜਾਲ ਨਾਲ ਕੱਪੜਾ ਸਿਲਾਈ ਕਰਦੇ ਵੇਖ ਲਿਆ ਤੇ ਇਸੇ ਲਈ ਉਸਨੇ ਸੋਚਿਆ
ਕਿ ਉਹ ਕੋਈ ਚੁੜੈਲ ਹੈ। ਉਸਨੇ ਮਹਿਲ ਵਿੱਚ ਅਫਵਾਹਾਂ ਫੈਲਾਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਉਹ ਗ੍ਰਿਫਤਾਰ ਹੋ ਜਾਵੇ। ਸ਼ੁਰੂਆਤ ਵਿੱਚ ਰਾਜਕੁਮਾਰ ਕਿਸੇ ਵੀ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਸੀ, ਪਰ ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਗਿਆ ਉਸ ਦੇ ਮਨ ਵਿੱਚ ਵੀ ਸ਼ੰਕਾ ਪੈਦਾ ਹੋਣ ਲੱਗੀ ਤੇ ਇੱਕ ਰਾਤ ਉਹਨੇ ਰਾਜਕੁਮਾਰੀ ਦਾ ਪਿੱਛਾ ਕੀਤਾ ਜਦੋਂ ਮਹਿਲ ਤੋਂ ਬਾਹਰ ਜੰਗਲ ਵੱਲ ਜਾ ਰਹੀ ਸੀ। ਤਾਂ ਇਹ ਅਫਵਾਹਾਂ ਸੱਚ ਸਨ। ਜੇ ਉਹ ਚੁੜੇਲ ਨਹੀਂ ਹੈ ਤਾਂ ਇਹਨੇ ਚੁੱਭਣ ਵਾਲੇ ਰੇਸ਼ੇ ਨੂੰ ਇਕੱਠਾ ਕਿਉਂ ਕਰ ਰਹੀ ਹੈ? ਉਹ ਜ਼ਰੂਰ ਕੋਈ ਜਾਦੂ ਕਰਨ ਲਈ ਇਹਨਾਂ ਨੂੰ ਇਕੱਠਾ ਕਰ ਰਹੀ ਹੈ। ਉਹਨੇ ਤੁਰਤ ਆਪਣੇ ਪਹਿਰੇਦਾਰਾਂ ਨੂੰ ਉਹਨੂੰ ਫੜ ਕੇ ਕਾਲ ਕੋਠਰੀ ਵਿੱਚ ਪਾਉਣ ਦਾ ਹੁਕਮ ਦਿੱਤਾ। ਕਾਲ ਕੋਠਰੀ ਵਿੱਚ ਵੀ ਮੁਟਿਆਰ ਰਾਜਕੁਮਾਰੀ ਨੇ ਚੁਪਕੇ ਜੈਕਟ ਬਣਾਉਣਾ ਜਾਰੀ ਰੱਖਿਆ ਤੇ ਆਖਰਕਾਰ ਇੱਕ ਦਿਨ ਉਹਨੇ ਸਾਰੇ ਜੈਕਟ ਤਿਆਰ ਕਰ ਲਏ। ਅਗਲੇ ਦਿਨ ਉਹ ਰਾਜਕੁਮਾਰੀ ਨੂੰ ਉਸ ਦੇ ਮੁਕੱਦਮੇ ਦੀ ਕਾਰਵਾਈ ਦੇ ਲਈ ਸ਼ਹਿਰ ਦੇ ਕੇਂਦਰ ਵਿੱਚ ਲੈ ਗਏ। ਉਹਨੂੰ ਇੱਥੇ ਮੁਕੱਦਮੇ ਦੇ ਅੰਤ ਵਿੱਚ ਸਜ਼ਾ ਦਿੱਤੀ ਜਾਣੀ ਸੀ, ਪਰ ਉਸੇ ਵੇਲੇ ਜਦੋਂ ਜੱਜ ਆਪਣੇ ਫੈਸਲੇ ਦੀ ਘੋਸ਼ਣਾ ਕਰਨ ਵਾਲਾ ਸੀ, ਅਚਾਨਕ 11 ਜੰਗਲੀ ਹੰਸਾਂ ਨੇ ਉਹਨਾਂ ਦੇ ਕੋਲ ਅਸਮਾਨ ਵਿੱਚ ਉਡਾਨ ਭਰੀ। ਜੰਗਲੀ ਹੰਸਾਂ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਮੇਰੇ ਵੀਰੇ, ਤੁਸੀਂ ਲੋਕ ਆ ਗਏ। ਜੈਕਟ ਮੇਰੀ ਸਕਰਟ ਦੇ ਥੱਲੇ ਹੈ, ਉਹਨੂੰ ਛੇਤੀ ਪਾ ਲਓ। ਸਾਰੇ ਭਰਾਵਾਂ ਨੇ ਜੈਕਟ ਪਾ ਲਏ ਜੋ ਉਹਨਾਂ ਦੀ ਭੈਣ ਦੀ ਸਕਰਟ ਦੇ ਥੱਲੇ ਸੀ ਤੇ ਪਾਉਂਦੇ ਸਾਰ ਇੱਕ ਤੋਂ ਬਾਅਦ ਇੱਕ ਸਾਰੇ ਹੰਸ ਰਾਜਕੁਮਾਰ ਵਿੱਚ ਬਦਲਦੇ ਗਏ। ਬਦਕਿਸਮਤੀ ਨਾਲ ਸਿਰਫ ਇੱਕ ਜੈਕਟ ਵਿੱਚ ਹੱਥਾਂ ਦੇ ਲਈ ਚੁਭਣ ਵਾਲਾ ਰੇਸ਼ਾ ਪੂਰਾ ਨਹੀਂ ਸੀ ਹੋਇਆ। ਸਭ ਤੋਂ ਛੋਟੇ ਭਰਾ ਦੇ ਹੱਥ ਜੰਗਲੀ ਹੰਸ ਦੇ ਪੰਖਾਂ ਦੇ ਰੂਪ ਵਿੱਚ ਰਹਿ ਗਏ। ਦੁਬਾਰਾ ਇਨਸਾਨ ਬਣਨ ਦੇ ਬਾਅਦ ਰਾਜਕੁਮਾਰ ਨੇ ਜੱਜ ਦੇ ਲੋਕਾਂ ਦੇ ਨਾਲ ਜੋ ਕੁਝ ਵੀ ਹੋਇਆ ਸੀ ਉਹ ਸੱਚਾਈ ਨੂੰ ਸਾਹਮਣੇ ਲਿਆਉਣਾ ਸ਼ੁਰੂ ਕੀਤਾ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਭੈਣ ਬੇਗੁਨਾਹ ਸੀ। ਰਾਜਕੁਮਾਰ ਨੇ ਵੀ ਮੰਨ ਲਿਆ ਕਿ ਉਹ ਚੁੜੈਲ ਨਹੀਂ ਸੀ। ਉਸਨੇ ਉਹਦੇ ਤੋਂ ਮਾਫੀ ਮੰਗੀ। ਆਪਣੇ ਭਰਾਵਾਂ ਦੀ ਆਜ਼ਾਦੀ ਦੀ ਖੁਸ਼ੀ ਵਿੱਚ ਉਹਨੇ ਰਾਜਕੁਮਾਰ ਨੂੰ ਮਾਫ ਕਰ ਦਿੱਤਾ। ਸਾਰੇ ਇਕੱਠੇ ਮਹਿਲ ਵਿੱਚ ਵਾਪਸ ਆ ਗਏ। ਰਾਜਕੁਮਾਰ ਨੇ ਰਾਜਕੁਮਾਰੀ ਦੇ ਅੱਗੇ ਵਿਆਹ ਦੀ ਪੇਸ਼ਕਸ਼ ਕੀ ਰੱਖੀ। ਤੁਸੀਂ ਮੇਰੇ ਨਾਲ ਵਿਆਹ ਕਰਨਾ ਚਾਹੋਗੀ ਰਾਜਕੁਮਾਰੀ? ਹਾਂ ਮੇਰੇ ਰਾਜਕੁਮਾਰ, ਪਰ ਪਹਿਲਾਂ ਮੈਨੂੰ ਆਪਣੇ ਭਰਾਵਾਂ ਦੇ ਨਾਲ ਆਪਣੇ ਪਿਤਾ ਜੀ ਨੂੰ ਮਿਲਣ ਜਾਣਾ ਚਾਹੀਦਾ ਹੈ। ਇਸ ਤਰ੍ਹਾਂ 11 ਭਰਾ ਆਪਣੇ ਪਿਤਾ ਦੇ ਮਹਿਲ ਵਿੱਚ ਚਲੇ ਗਏ। ਉਹਨਾਂ ਦਾ ਪਿਤਾ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਨਾਲੇ ਹੈਰਾਨ ਵੀ। ਬੱਚਿਆਂ ਨੇ ਜੋ ਕੁਝ ਵੀ ਉਹਨਾਂ ਨਾਲ ਹੋਇਆ ਸੀ ਪਿਤਾ ਨੂੰ ਦੱਸਣਾ ਸ਼ੁਰੂ ਕੀਤਾ। ਛੇਤੀ ਕਰੋ ਤੇ ਰਾਣੀ ਨੂੰ ਫੜ ਕੇ ਮੇਰੇ ਕੋਲ ਲਿਆਓ। ਬੱਚਿਆਂ ਦੇ ਬਾਰੇ ਪਤਾ ਚੱਲਣ ਦੇ ਬਾਅਦ ਦੁਸ਼ਟ ਰਾਣੀ ਨੇ ਆਪਣੇ ਪਕੜੇ ਜਾਣ ਦੇ ਡਰ ਤੋਂ ਲੁਕ ਕੇ ਖੁਦ ਨੂੰ ਕਾਂ ਦੇ ਰੂਪ ਵਿੱਚ ਬਦਲ ਲਿਆ ਸੀ ਤੇ ਉੱਡ ਗਈ ਸੀ। ਉਸ ਤੋਂ ਬਾਅਦ ਉਹ ਕਦੇ ਮਹਿਲ 'ਚ ਵਾਪਸ ਨਹੀਂ ਆਈ। ਨੌਜਵਾਨ ਰਾਜਕੁਮਾਰੀ ਨੇ ਆਪਣੇ ਪਿਤਾ ਤੇ ਭਰਾਵਾਂ ਤੋਂ ਵਿਦਾ ਲਈ ਤੇ ਰਾਜਕੁਮਾਰ ਦੇ ਦੇਸ਼ ਵਾਪਸ ਆ ਗਈ। ਉਹਨਾਂ ਦਾ ਵਿਆਹ ਹੋ ਗਿਆ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ। ਪਿਆਰ ਤੇ ਉਮੀਦ ਬਾਰੇ ਜੰਗਲੀ ਹੰਸਾਂ ਦੀ ਕਹਾਣੀ ਪੀੜ੍ਹੀ ਦਰ ਪੀੜ੍ਹੀ ਸੁਣਾਈ ਜਾਂਦੀ ਹੈ।